Students, in this video we will continue with the chapter number 10, that is microbes in human welfare, right? Firstly, we will discuss about the role of microbes in sewage treatment. Now the question arises, what is sewage? Sewage is the wastewater that is thrown out from the houses, industries and various other sources. That wastewater contains inorganic and organic compounds and cause water pollution, and it is harmful for the environment, right? So it has to be treated. So treatment is done with the help of heterotrophic microbes that are naturally present in it, and the treatment has two stages: primary treatment and secondary treatment. The other name of primary treatment is physical treatment, and secondary treatment has other name biological treatment. Clear? ਤਾਂ ਇੱਥੇ ਕੀ ਕਹਿ ਰਹੇ ਆਪਾਂ ਕਿ ਸੀਵੇਜ ਟਰੀਟਮੈਂਟ ਕੀ ਹੁੰਦੀ ਹੈ। ਸੀਵੇਜ ਪਹਿਲਾਂ ਪਤਾ ਹੋਣਾ ਚਾਹੀਦਾ ਕੀ ਹੈ ਆਪਾਂ ਨੂੰ। ਸੀਵੇਜ ਹੁੰਦਾ ਹੈ ਵੇਸਟ ਵਾਟਰ, ਗੰਦਾ ਪਾਣੀ ਜਿਹੜਾ ਘਰਾਂ 'ਚੋਂ ਜਾਂ ਇੰਡਸਟਰੀ 'ਚੋਂ ਆਪਾਂ ਬਾਹਰ ਸੁੱਟਦੇ ਹਾਂ। ਉਹਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਵੇਸਟ ਪ੍ਰੋਡਕਟਸ ਹੁੰਦੇ ਨੇ, ਠੀਕ ਹੈ, ਜਿਵੇਂ ਕੰਕਰ, ਪੱਥਰ, ਮਿੱਟੀ ਆਦਿ ਇਹ ਵੀ ਹੁੰਦੇ ਨੇ। ਇਸ ਤੋਂ ਇਲਾਵਾ ਕੋਈ ਹੋਰ ਔਰਗੈਨਿਕ ਮਟੀਰੀਅਲ ਹੋ ਗਿਆ, ਠੀਕ ਹੈ, ਕੋਈ ਇਨਔਰਗੈਨਿਕ ਕੰਪਾਊਂਡਸ ਹੋ ਗਏ ਜਿਵੇਂ ਸੋਪ, ਡਿਟਰਜੈਂਟ ਘੁਲੇ ਹੋਏ ਹੁੰਦੇ ਨੇ, ਠੀਕ ਹੈ। ਇਹ ਸਾਰਾ ਜਿਹੜਾ ਹੁੰਦਾ ਗੰਦਾ ਪਾਣੀ ਆਪਾਂ ਬਾਹਰ ਸੁੱਟਦੇ ਹਾਂ ਘਰਾਂ 'ਚੋਂ, ਇੰਡਸਟਰੀ ਜਾਂ ਕਿਤੇ ਹੋਰ ਜਗ੍ਹਾ ਤੋਂ, ਠੀਕ ਹੈ। ਇਹਨੂੰ ਕੀ ਕਰਨਾ ਪੈਂਦਾ? ਟਰੀਟ ਕਰਨਾ ਪੈਂਦਾ, ਕਿਉਂਕਿ ਇਹ ਮੇਨ ਜਿਹੜਾ ਕੌਜ਼ ਹੈ ਵਾਟਰ ਪੋਲਿਊਸ਼ਨ ਦਾ, ਰਾਈਟ। ਸੋ ਇਹਨੂੰ ਟਰੀਟ ਕਰਨ ਵਾਸਤੇ ਮਾਈਕਰੋਬਸ ਯੂਜ਼ ਹੁੰਦੇ ਨੇ, ਬੈਕਟੀਰੀਆਜ਼ ਯੂਜ਼ ਹੁੰਦੇ ਨੇ ਬੇਸਿਕਲੀ, ਠੀਕ ਹੈ। ਅਤੇ ਇਸ ਟਰੀਟਮੈਂਟ ਦੀਆਂ ਦੋ ਸਟੇਜਿਸ ਨੇ ਸੀਵੇਜ ਦੀ ਟਰੀਟਮੈਂਟ ਦੀਆਂ: ਪ੍ਰਾਇਮਰੀ ਟਰੀਟਮੈਂਟ ਜਿਹਨੂੰ ਆਪਾਂ ਫਿਜ਼ੀਕਲ ਟਰੀਟਮੈਂਟ ਵੀ ਕਹਿ ਦਿੰਦੇ ਹਾਂ, ਅਤੇ ਸੈਕੰਡਰੀ ਟਰੀਟਮੈਂਟ ਜਿਹਨੂੰ ਆਪਾਂ ਬਾਇਓਲੋਜੀਕਲ ਟਰੀਟਮੈਂਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਜਿਹੜੀ ਪ੍ਰਾਇਮਰੀ ਟਰੀਟਮੈਂਟ ਆ ਉਹਦੇ ਵਿੱਚ ਕੀ ਕੀਤਾ ਜਾਂਦਾ? ਫਿਜ਼ੀਕਲ ਰਿਮੂਵਲ ਕੀਤਾ ਜਾਂਦਾ ਪਾਰਟੀਕਲ ਦਾ। ਉਹ ਪਾਰਟੀਕਲ ਬਾਹਰ ਕੱਢੇ ਜਾਂਦੇ ਨੇ ਜਿਹੜੇ ਆਪਾਂ ਅੱਖਾਂ ਰਾਹੀਂ ਦੇਖ ਸਕਦੇ ਹਾਂ, ਜਿਵੇਂ ਮਿੱਟੀ ਆ ਉਹਨੂੰ ਫਿਲਟਰ ਜਾਂ ਸੈਡੀਮੈਂਟ ਕਰ ਲਿਆ, ਠੀਕ ਹੈ, ਮਿੱਟੀ ਵਿੱਚੋਂ ਪੱਥਰ ਕੱਢ ਲਏ, ਠੀਕ ਹੈ। ਉਹ ਸਾਰਾ ਕੁਛ ਕੀ ਹੋ ਗਿਆ? ਫਿਜ਼ੀਕਲ ਟਰੀਟਮੈਂਟ ਜਾਂ ਪ੍ਰਾਇਮਰੀ ਟਰੀਟਮੈਂਟ ਹੋ ਗਈ। ਉਹ ਚੀਜ਼ਾਂ ਜਿਹੜੀਆਂ ਆਪਾਂ ਫਿਜ਼ੀਕਲੀ ਟੱਚ ਕਰ ਸਕਦੇ ਹਾਂ, ਉਹਨਾਂ ਨੂੰ ਦੇਖ ਸਕਦੇ ਹਾਂ ਆਪਾਂ, ਜੇ ਉਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਕੰਕਰ, ਪੱਥਰ, ਕੁਛ ਰੋੜੇ ਵਗੈਰਾ ਜਿਹੜੇ ਵੀ ਪੈ ਜਾਂਦੇ ਆ ਪਾਣੀ ਦੇ ਵਿੱਚ, ਠੀਕ ਹੈ, ਜਾਂ ਘੁਲ ਜਾਂਦੇ ਨੇ, ਠੀਕ ਹੈ। ਅਤੇ ਸੈਕੰਡਰੀ ਟਰੀਟਮੈਂਟ 'ਚ ਕੀ ਹੁੰਦਾ? ਉਹ ਚੀਜ਼ਾਂ ਬਾਹਰ ਕੱਢੀਆਂ ਜਾਂਦੀਆਂ ਨੇ ਜਿਹੜੀਆਂ ਆਪਾਂ ਨੂੰ ਨਹੀਂ ਦਿਖਦੀਆਂ, ਜਿਹੜੀਆਂ ਉਹ 'ਚ ਘੁਲੀਆਂ ਹੁੰਦੀਆਂ ਨੇ, ਠੀਕ ਹੈ। ਉਹਦੇ ਘੁਲੀਆਂ ਹੋਈਆਂ ਨੂੰ ਕੌਣ ਕੱਢੂਗਾ ਬਾਹਰ? ਜਿਹੜੇ ਐਨਐਰੋਬਿਕ ਬੈਕਟੀਰੀਆਜ਼ ਨੇ, ਠੀਕ ਹੈ, ਉਹ ਬਾਹਰ ਕੱਢਣਗੇ। ਫਸਟਲੀ ਆਪਾਂ ਡਿਸਕਸ ਕਰਾਂਗੇ ਪ੍ਰਾਇਮਰੀ ਔਰ ਫਿਜ਼ੀਕਲ ਟਰੀਟਮੈਂਟ। It involves physical removal of particles from the sewage through filtration and sedimentation. ਇਹਦੇ ਵਿੱਚ ਦੋ ਪ੍ਰੋਸੈਸਿਸ ਦਾ ਮੇਨ ਰੋਲ ਹੈ, ਫਿਲਟਰੇਸ਼ਨ ਅਤੇ ਸੈਡੀਮੈਂਟੇਸ਼ਨ। ਫਿਲਟਰੇਸ਼ਨ ਕੀ ਕਰਦੀ ਹੈ? ਇਟ ਹੈਲਪਸ ਟੂ ਰਿਮੂਵ ਫਲੋਟਿੰਗ ਡੈਬਰਿਸ। ਉਹ ਜਿਹੜੀਆਂ ਚੀਜ਼ਾਂ ਪਾਣੀ ਦੇ ਉੱਪਰ ਤੈਰ ਰਹੀਆਂ ਹੁੰਦੀਆਂ ਨੇ ਉਹਨੂੰ ਬਾਹਰ ਕੱਢਣ 'ਚ ਕੌਣ ਹੈਲਪ ਕਰਦੀ ਹੈ? ਫਿਲਟਰੇਸ਼ਨ। ਅਤੇ ਸੈਡੀਮੈਂਟੇਸ਼ਨ ਕੀ ਕਰਦੀ ਹੈ? ਟੂ ਰਿਮੂਵ ਗਰਟ। ਗਰਟ ਕੀ ਹੁੰਦੀ ਹੈ? ਸੋਇਲ ਐਂਡ ਸਮੋਲ ਪੈਬਲਸ। ਉਹ ਚੀਜ਼ਾਂ ਨੂੰ ਬਾਹਰ ਕੱਢਣ 'ਚ ਸੈਡੀਮੈਂਟੇਸ਼ਨ ਸਹਾਈ ਹੁੰਦੀ ਹੈ ਜਿਹੜੀਆਂ ਪਾਣੀ ਦੇ ਥੱਲੇ ਬੈਠ ਜਾਂਦੀਆਂ ਨੇ, ਠੀਕ ਹੈ। ਸੈਡੀਮੈਂਟੇਸ਼ਨ ਅਤੇ ਫਿਲਟਰੇਸ਼ਨ ਦਾ ਮੇਨ ਰੋਲ ਹੈ ਫਿਜ਼ੀਕਲ ਔਰ ਪ੍ਰਾਇਮਰੀ ਟਰੀਟਮੈਂਟ ਦੇ ਵਿੱਚ, ਠੀਕ ਹੈ। ਤਾਂ ਜਿਹੜੀ ਪ੍ਰਾਇਮਰੀ ਟਰੀਟਮੈਂਟ ਹੈ ਇਹਦੇ ਵਿੱਚ ਜਿਹੜਾ ਪਾਣੀ ਆਉਂਦਾ, ਠੀਕ ਹੈ, ਜਿਹੜਾ ਡਾਇਰੈਕਟ ਗੰਦਾ ਪਾਣੀ ਆ, ਸਭ ਤੋਂ ਪਹਿਲੀ ਸਟੇਜ ਹੁੰਦੀ ਹੈ, ਠੀਕ ਹੈ। ਗੰਦਾ ਪਾਣੀ ਆਉਂਦਾ ਉਹਨੂੰ ਆਪਾਂ ਕੀ ਕਹਿੰਦੇ ਹਾਂ? ਪ੍ਰਾਇਮਰੀ ਸਲੱਜ, ਠੀਕ ਹੈ, ਜਿਹਦੇ ਵਿੱਚ ਕੰਕਰ, ਪੱਥਰ ਵੀ ਨੇ, ਸੋਇਲ ਵੀ ਘੁਲੀ ਹੋਈ ਹੈ, ਠੀਕ ਹੈ, ਉੱਪਰ ਵੀ ਕੁਛ ਤੈਰ ਰਿਹਾ, ਠੀਕ ਹੈ। ਉਹ ਸਾਰਾ ਪਾਣੀ ਕੀ ਹੈ, ਨੂੰ ਕੀ ਨਾਮ ਦਿੱਤਾ ਇੱਥੇ ਇਹਨਾਂ ਨੇ? ਪ੍ਰਾਇਮਰੀ ਸਲੱਜ। ਹੁਣ ਪ੍ਰਾਇਮਰੀ ਸਲੱਜ ਦੇ ਵਿੱਚੋਂ ਆਪਾਂ ਫਿਲਟਰੇਸ਼ਨ ਰਾਹੀਂ ਫਲੋਟਿੰਗ ਡੈਬਰਿਸ ਬਾਹਰ ਕੱਢਤੀ, ਗਰਟ ਬਾਹਰ ਕੱਢਤੀ ਸੈਡੀਮੈਂਟੇਸ਼ਨ ਰਾਹੀਂ, ਠੀਕ ਹੈ। ਫਿਰ ਕੀ ਜਿਹੜਾ ਸੁਪਰਨੇਟੈਂਟ ਬਚ ਗਿਆ, ਠੀਕ ਹੈ, ਉਹਨੂੰ ਕੀ ਕਹਿੰਦੇ ਆਪਾਂ? ਪ੍ਰਾਇਮਰੀ ਐਫਲੂਐਂਟ, ਠੀਕ ਹੈ। ਜਿਹੜਾ ਪ੍ਰਾਇਮਰੀ ਐਫਲੂਐਂਟ ਹੈ, ਠੀਕ ਹੈ, ਉਹਨੂੰ ਕਿੱਥੇ ਭੇਜਿਆ ਜਾਂਦਾ? ਸੈਕੰਡਰੀ ਟਰੀਟਮੈਂਟ ਵਾਸਤੇ, ਠੀਕ ਹੈ। So next is secondary treatment or biological treatment. The primary effluent is passed into large aeration tanks. This allows vigorous growth of aerobic microbes into flocks, right? ਇਸ ਸਟੈਪ ਦੇ ਵਿੱਚ, ਇਹ ਸੈਕਿੰਡ ਸਟੈਪ ਦੇ ਵਿੱਚ ਜਿਹੜੀ ਸੀਵੇਜ ਦੀ ਟਰੀਟਮੈਂਟ ਦਾ ਸੈਕਿੰਡ ਸਟੈਪ ਹੈ ਇਹ, ਠੀਕ ਹੈ। ਇਹਦੇ ਵਿੱਚ ਜਿਹੜਾ ਪ੍ਰਾਇਮਰੀ ਐਫਲੂਐਂਟ ਕਿੱਥੋਂ ਮਿਲਿਆ? ਇਹ ਫਰੋਮ ਦੀ ਪ੍ਰਾਇਮਰੀ ਔਰ ਫਿਜ਼ੀਕਲ ਟਰੀਟਮੈਂਟ। ਜਿਹੜਾ ਪ੍ਰਾਇਮਰੀ ਐਫਲੂਐਂਟ ਮਿਲ ਗਿਆ ਉਹ ਆਪਾਂ ਕਿੱਥੇ ਲਿਆਂਦਾ? ਹੁਣ ਲਾਰਜ ਏਰੇਸ਼ਨ ਟੈਂਕਸ ਦੇ ਵਿੱਚ। ਅਤੇ ਉਹਦੀ ਸੈਕੰਡਰੀ ਟਰੀਟਮੈਂਟ ਕਰਨੀ ਹੈ
ਸੈਕੰਡਰੀ ਟ੍ਰੀਟਮੈਂਟ ਦੇ ਵਿੱਚ ਕੀ ਹੋਊਗਾ, ਜਿਹੜੇ ਏਰੇਸ਼ਨ ਟੈਂਕਸ ਹੁੰਦੇ ਨੇ ਉਹਦੇ ਵਿੱਚ ਏਅਰ ਪ੍ਰੈਜੈਂਟ ਹੁੰਦੀ ਹੈ ਜਿਹੜੀ ਹੈਲਪ ਕਰਦੀ ਹੈ ਜਿਹੜੇ ਵੇਸਟ ਵਾਟਰ ਦੇ ਵਿੱਚ ਆਲਰੇਡੀ ਪ੍ਰੈਜੈਂਟ ਬੈਕਟੀਰੀਆਜ਼ ਹੁੰਦੇ ਨੇ, ਠੀਕ ਹੈ, ਉਹਨਾਂ ਨੂੰ ਫਲੌਕਸ ਦੇ ਵਿੱਚ ਕਨਵਰਟ ਕਰਨ ਲਈ। ਫਲੌਕ ਕੀ ਹੁੰਦੀ ਹੈ, ਜਿਹਦੇ ਵਿੱਚ ਬੈਕਟੀਰੀਆਜ਼ ਵੀ ਹੁੰਦੇ ਨੇ ਅਤੇ ਫੰਗਸ ਵੀ ਹੁੰਦੀ ਹੈ, ਠੀਕ ਹੈ। ਫਲੌਕ ਕੀ ਹੁੰਦੀ ਹੈ, ਐਸਾ ਜਿਹੜਾ ਗਰੁੱਪ ਹੈ ਜਿਹਦੇ ਵਿੱਚ ਬੈਕਟੀਰੀਆਜ਼ ਅਤੇ ਫੰਗਸ ਆਪਸ 'ਚ ਐਸੋਸ਼ੀਏਟਡ ਹੁੰਦੇ ਨੇ, ਠੀਕ ਹੈ। ਵਾਈਲ ਗਰੋਇੰਗ ਥੀਸ ਮਾਈਕਰੋਬਸ ਕੰਜ਼ਿਊਮ ਦੀ ਮੇਜਰ ਪਾਰਟ ਆਫ ਔਰਗੈਨਿਕ ਮੈਟਰ ਇਨ ਦੀ ਐਫਲੂਐਂਟ। ਇਹਨੂੰ ਗਰੋ ਕਰਨ ਦਾ ਮੇਨ ਹੀ ਮਕਸਦ ਇਹੀ ਹੁੰਦਾ ਕਿ ਜਿਹੜੇ ਔਰਗੈਨਿਕ ਮੈਟਰ ਪ੍ਰੈਜੈਂਟ ਹੈ ਵੇਸਟ ਵਾਟਰ ਦੇ ਵਿੱਚ ਉਹ ਡਾਈਜੈਸਟ ਕਰ ਲੈਣੇ ਮਾਈਕਰੋਬਸ, ਰਾਈਟ। This significantly reduces the BOD biochemical oxygen demand of the effluent, ठीक है। BOD is the measure of organic matter present in the water। जिन्ना ज़्यादा organic matter present होगा उन्नी ज़्यादा की होगी BOD ਹੋਊਗੀ ਉਸ ਵੇਸਟ ਵਾਟਰ ਦੀ। ਜਿੰਨਾ ਘੱਟ ਹੋਊਗਾ ਔਰਗੈਨਿਕ ਮੈਟਰ ਓਨੀ ਘੱਟ ਹੋਊਗੀ BOD, ਠੀਕ ਹੈ। ਹੁਣ ਜੇ BOD ਜ਼ਿਆਦਾ ਹੈ ਤਾਂ ਇਹਦਾ ਮਤਲਬ ਕੀ ਹੈ, ਪਾਣੀ ਕੀ ਹੈ, ਗੰਦਾ ਹੈ, ਠੀਕ ਹੈ। ਅਤੇ BOD ਘੱਟ ਹੈ ਤਾਂ ਪਾਣੀ ਕੀ ਹੈ, ਸਾਫ਼ ਹੈ। ਕਲੀਅਰ। ਸੋ BOD ਨੂੰ ਆਪਣਾ ਇੱਥੇ ਮਕਸਦ ਕੀ ਹੈ, ਘਟਾਉਣਾ। ਉਹਨੂੰ ਕੌਣ ਘਟਾਊਗਾ, ਜਿਹੜੇ ਆਪਾਂ ਫਲੌਕਸ ਗਰੋ ਕਰ ਰਹੇ ਹਾਂ, ਐਰੋਬਿਕ ਮਾਈਕਰੋਬਸ ਗਰੋ ਕਰ ਰਹੇ ਹਾਂ। ਫਲੌਕਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਬੈਕਟੀਰੀਆਜ਼ ਵੀ ਨੇ ਅਤੇ ਫੰਗਸ ਐਸੋਸ਼ੀਏਟਡ ਹੁੰਦੀਆਂ ਨੇ, ਠੀਕ ਹੈ। ਸੋ ਦ ਗ੍ਰੇਟਰ ਦਾ BOD ਆਫ ਵੇਸਟ ਵਾਟਰ ਮੋਰ ਇਜ਼ ਇਟਸ ਪੋਲਿਊਟਿੰਗ ਪੋਟੈਂਸ਼ੀਅਲ, ਠੀਕ ਹੈ। ਜਿੰਨਾ ਜ਼ਿਆਦਾ ਗੰਦਾ ਪਾਣੀ ਓਨਾ ਜ਼ਿਆਦਾ ਉਹ ਖਤਰਨਾਕ ਹੈ, ਓਨਾ ਜ਼ਿਆਦਾ ਉਹ ਪੋਲਿਊਟ ਕਰ ਸਕਦਾ ਫਰਦਰ ਜਿਹੜੀਆਂ ਆਪਣੀਆਂ ਰਿਵਰਸ ਨੇ ਜਾਂ ਹੋਰ ਵਾਟਰ ਬੋਡੀਜ਼ ਨੇ। Once the BOD of water is reduced significantly, the effluent is then passed into settling tank where the bacterial flocks are allowed to sediment. This sediment is called activated sludge। ਹੁਣ ਜਦੋਂ BOD ਘਟ ਗਈ, ਠੀਕ ਹੈ, ਏਰੇਸ਼ਨ ਟੈਂਕ ਦੇ ਵਿੱਚ ਆਪਾਂ ਕੀ ਕੀਤਾ, ਫਲੌਕਸ ਗਰੋ ਕਰਵਾਈਆਂ ਨੇ, ਠੀਕ ਹੈ, ਤਾਂ ਕਿ ਉਹਦੀ BOD ਲੈਵਲ ਆਪਾਂ ਘਟਾ ਸਕੀਏ ਪਾਣੀ ਦਾ। ਜਦੋਂ ਉਹ ਸਿਗਨੀਫੀਕੈਂਟਲੀ ਘਟ ਗਿਆ, ਇੰਨਾ ਕੁ ਹੋ ਗਿਆ ਜਿਹੜਾ ਆਪਾਂ ਬਾਹਰ ਸੁੱਟ ਸਕਦੇ ਹਾਂ ਪਾਣੀ ਨੂੰ, ਫਿਰ ਕੀ ਕਰਦੇ ਨੇ, ਉਹਨੂੰ ਸੈਟਲਿੰਗ ਟੈਂਕ 'ਚ, ਏਰੇਸ਼ਨ ਟੈਂਕ 'ਚੋਂ ਕਿੱਥੇ ਮੂਵ ਕਰ ਦਿੰਦੇ ਨੇ, ਸੈਟਲਿੰਗ ਟੈਂਕ ਦੇ ਵਿੱਚ ਮੂਵ ਕਰ ਦਿੰਦੇ ਨੇ, ਜਿੱਥੇ ਜਿਹੜੇ ਫਲੌਕਸ ਨੇ ਉਹਨਾਂ ਨੂੰ ਸੈਡੀਮੈਂਟ ਹੋਣ ਵਾਸਤੇ ਟਾਈਮ ਦਿੱਤਾ ਜਾਂਦਾ ਹੈ। ਅਤੇ ਜਿਹੜਾ ਥੱਲੇ ਸੈਡੀਮੈਂਟ ਬਚ ਜਾਂਦਾ ਉਹਨੂੰ ਕੀ ਕਹਿੰਦੇ ਨੇ, ਐਕਟੀਵੇਟਿਡ sludge। A small pot of this sludge is pumped back into aeration tank to serve as inoculum। ਸੋ ਜਿਹੜੇ ਆਹ ਆਪਣਾ ਐਕਟੀਵੇਟਿਡ ਸਲੱਜ ਸੈਟਲਿੰਗ ਟੈਂਕ 'ਚ ਬਣਿਆ, ਪਿੱਛੇ ਆਪਾਂ ਪੜ੍ਹਿਆ, ਠੀਕ ਹੈ, ਉਹਨੂੰ ਐਜ਼ ਐਨ ਇਨੋਕੂਲਮ ਮੀਨਸ ਆਪਾਂ ਦਹੀਂ ਦੇ ਵਿੱਚ ਜਿਵੇਂ ਜਾਗ ਲਾਉਂਦੇ ਹੁੰਦੇ ਹਾਂ, ਠੀਕ ਹੈ, ਉਵੇਂ ਹੀ ਏਰੇਸ਼ਨ ਟੈਂਕ ਦੇ ਵਿੱਚ ਥੋੜ੍ਹਾ ਜਿਹਾ ਜਾਗ ਲਾਉਣ ਵਾਸਤੇ ਕੰਮ ਕਰਦਾ ਜਿਹੜਾ ਐਕਟੀਵੇਟਿਡ ਸਲੱਜ ਦੇ ਵਿੱਚੋਂ ਕੁਛ ਹਿੱਸਾ ਉੱਥੇ ਭੇਜ ਦਿੰਦੇ ਨੇ, ਠੀਕ ਹੈ, ਤਾਂ ਕਿ ਉਸ ਤੋਂ ਅੱਗੇ ਅੱਗੇ ਮਲਟੀਪਲਾਈ ਹੋ ਕੇ ਫਲੌਕਸ ਹੋਰ ਬਣੀ ਜਾਣ। The remaining major part of sludge is pumped into large tanks called anaerobic sludge digesters। ਕੁਛ ਹਿੱਸਾ ਐਕਟੀਵੇਟਿਡ ਸਲੱਜ ਦਾ ਮੈਂ ਤੁਹਾਨੂੰ ਦੱਸਿਆ ਕਿੱਥੇ ਭੇਜਿਆ ਜਾਂਦਾ ਹੈ, ਏਰੇਸ਼ਨ ਟੈਂਕ ਦੇ ਵਿੱਚ, ਤਾਂ ਕਿ ਉਹ ਇਨੋਕੂਲਮ ਦੇ ਤੌਰ 'ਤੇ ਕੰਮ ਕਰ ਸਕੇ। ਅਤੇ ਜਿਹੜਾ ਮੇਜਰ ਪਾਰਟ ਆ ਉਹਨੂੰ ਕਿੱਥੇ ਸਲੱਜ ਦਾ ਕਿੱਥੇ ਭੇਜ ਦਿੱਤਾ ਜਾਂਦਾ, ਐਨਐਰੋਬਿਕ ਸਲੱਜ ਡਿਜੈਸਟਰ ਟੈਂਕਸ ਦੇ ਵਿੱਚ ਭੇਜ ਦਿੱਤਾ ਜਾਂਦਾ। ਇੱਥੇ ਕੀ ਹੁੰਦਾ, ਡਾਈਜੈਸ਼ਨ ਹੁੰਦੀ ਹੈ ਉਸ ਐਕਟੀਵੇਟਿਡ ਸਲੱਜ ਦੀ, ਠੀਕ ਹੈ। ਐਕਟੀਵੇਟਿਡ ਸਲੱਜ ਨੂੰ ਕੌਣ ਡਾਈਜੈਸਟ ਕਰਦਾ, ਐਨਐਰੋਬਿਕ ਬੈਕਟੀਰੀਆਜ਼, ਰਾਈਟ। ਡਿਊਰਿੰਗ ਦਿਸ ਡਾਈਜੈਸ਼ਨ ਬੈਕਟੀਰੀਆ ਪ੍ਰੋਡਿਊਸ ਅ ਮਿਕਸਚਰ ਆਫ ਗੈਸਿਸ ਸਚ ਐਜ਼ ਮੀਥੇਨ, ਹਾਈਡਰੋਜਨ ਸਲਫਾਈਡ ਐਂਡ ਕਾਰਬਨ ਡਾਈਆਕਸਾਈਡ। ਥੀਸ ਗੈਸਿਸ ਫੋਰਮ ਬਾਇਓਗੈਸ। ਕੀ ਬਣ ਜਾਂਦੀ ਹੈ ਜਦੋਂ ਉਹਦੀ ਡਾਈਜੈਸ਼ਨ ਹੋ ਰਹੀ ਹੁੰਦੀ ਹੈ ਐਕਟੀਵੇਟਿਡ ਸਲੱਜ ਦੀ, ਆਪਣੇ ਕੋਲ ਕੀ ਬਣ ਜਾਂਦੀ ਹੈ, ਬਾਇਓਗੈਸ, ਠੀਕ ਹੈ। ਇਹ ਕੀ ਹੈ, ਯੂਜ਼ ਕਰ ਸਕਦੇ ਹਾਂ ਆਪਾਂ ਇਨ ਕੁਕਿੰਗ, ਰਾਈਟ। ਦ ਐਫਲੂਐਂਟ ਫਰੋਮ ਦੀ ਸੈਕੰਡਰੀ ਟਰੀਟਮੈਂਟ ਪਲਾਂਟ। ਹੁਣ ਜਿਹੜਾ ਪਾਣੀ ਸੀ, ਠੀਕ ਹੈ, ਜਿਹਦੇ ਵਿੱਚੋਂ ਆਪਾਂ ਸਲੱਜ ਬਣਾ ਲਈ ਐਕਟੀਵੇਟਿਡ, ਹੁਣ ਉੱਪਰ ਪਾਣੀ ਵੀ ਤਾਂ ਬਚਿਆ, ਦਾ ਐਫਲੂਐਂਟ, ਉਹਨੂੰ ਕੀ ਕਹਾਂਗੇ ਆਪਾਂ, ਐਫਲੂਐਂਟ, ਠੀਕ ਹੈ। ਉਹ ਕਿਹੜਾ ਹੋ ਗਿਆ ਹੁਣ, ਸੈਕੰਡਰੀ ਐਫਲੂਐਂਟ। The effluent from the secondary treatment plant is generally released into natural water bodies like rivers and streams। ਹੁਣ ਜਿਹੜਾ ਐਫਲੂਐਂਟ ਹੈ, ਸੈਕੰਡਰੀ ਐਫਲੂਐਂਟ ਹੈ, ਆਫਟਰ ਕੀ ਲਾਰਜ ਏਰੇਸ਼ਨ ਟੈਂਕਸ ਦੇ ਵਿੱਚ ਉਹ ਡਾਈਜੈਸ਼ਨ ਹੋਣ ਤੋਂ ਬਾਅਦ, BOD ਲੈਵਲ ਘਟਣ ਤੋਂ ਬਾਅਦ, ਠੀਕ ਹੈ, ਸੈਟਲਿੰਗ ਟੈਂਕ ਦੇ ਵਿੱਚੋਂ ਫਲੌਕਸ ਰਿਮੂਵ ਕਰਨ ਤੋਂ ਬਾਅਦ ਕੀ ਹੋ ਗਿਆ, ਫਿੱਟ ਹੋ ਗਿਆ, ਠੀਕ ਹੈ। ਅਤੇ ਉਹਨੂੰ ਆਪਾਂ ਹੁਣ ਬਾਹਰ ਰਿਲੀਜ਼ ਕਰ ਸਕਦੇ ਹਾਂ ਨੈਚੁਰਲ ਵਾਟਰ ਬੋਡੀਜ਼ ਜਿਵੇਂ ਰਿਵਰਸ ਅਤੇ ਸਟਰੀਮਸ ਦੇ ਵਿੱਚ। ਕਲੀਅਰ। ਇਹ ਸੀਗੀ ਸਾਰੀ ਸੀਵੇਜ ਟਰੀਟਮੈਂਟ, ਠੀਕ ਹੈ। ਇਹਦੇ ਵਿੱਚ ਆਪਾਂ ਕੀ ਪੜ੍ਹਿਆ ਕਿ 2 ਸਟੈਪਸ ਹੁੰਦੇ ਨੇ, ਪ੍ਰਾਇਮਰੀ ਅਤੇ ਸੈਕੰਡਰੀ। ਪ੍ਰਾਇਮਰੀ ਦੇ ਵਿੱਚ ਕੀ ਕੀਤਾ ਜਾਂਦਾ, ਫਿਲਟਰੇਸ਼ਨ ਅਤੇ ਸੈਡੀਮੈਂਟੇਸ਼ਨ ਕੀਤੀ ਜਾਂਦੀ ਹੈ। ਫਿਲਟਰੇਸ਼ਨ ਕਿਹਦੇ ਲਈ ਹੈਲਪ ਕਰਦੀ ਹੈ,
ਫॉर ਰਿਮੂਵਿੰਗ ਦੀ ਫਲੋਟਿੰਗ ਡੈਬਰਿਸ, ਜਿਹੜੀਆਂ ਪਾਣੀ ਦੇ ਉੱਪਰ ਤੈਰ ਰਹੀਆਂ ਹੁੰਦੀਆਂ ਨੇ ਚੀਜ਼ਾਂ ਉਹਨੂੰ ਰਿਮੂਵ ਕਰਦੀ ਹੈ ਫਿਲਟਰੇਸ਼ਨ। ਤੇ ਸੈਡੀਮੈਂਟੇਸ਼ਨ ਉਹ ਚੀਜ਼ਾਂ ਜਿਹੜੀਆਂ ਥੱਲੇ ਬੈਠ ਜਾਂਦੀਆਂ ਨੇ ਜਿਵੇਂ ਸੋਇਲ ਹੋ ਗਈ, ਸੈਂਡ ਹੋ ਗਈ, ਪੈਬਲਸ ਹੋ ਗਏ, ਉਹਨਾਂ ਨੂੰ ਰਿਮੂਵ ਕਰਨ 'ਚ ਹੈਲਪ ਕਰਦੀ ਹੈ। ਠੀਕ ਹੈ, ਜਿਹੜਾ ਉੱਥੋਂ ਪਾਣੀ ਬਚਦਾ, ਠੀਕ ਹੈ, ਉਹ ਕਿੱਥੇ ਭੇਜ ਦਿੱਤਾ ਜਾਂਦਾ, ਸੈਕੰਡਰੀ ਟਰੀਟਮੈਂਟ ਦੇ ਵਾਸਤੇ। ਸੈਕੰਡਰੀ ਟਰੀਟਮੈਂਟ 'ਚ ਕੀ ਕੀਤਾ ਜਾਂਦਾ, ਸਭ ਤੋਂ ਪਹਿਲਾਂ ਜਿਹੜੇ ਬੈਕਟੀਰੀਆਜ਼ ਨੇ, ਐਰੋਬਿਕ ਬੈਕਟੀਰੀਆਜ਼ ਨੇ, ਉਹ ਡਾਈਜੈਸਟ ਕਰਦੇ ਨੇ ਔਰਗੈਨਿਕ ਵੇਸਟ ਨੂੰ, ਤੇ ਤਾਂ ਕਿ ਜਿਹੜਾ ਵਾਟਰ ਹੈ ਉਹਦੀ BOD ਲੈਵਲ ਘੱਟ ਜਾਵੇ। ਜਿੰਨਾ ਜ਼ਿਆਦਾ ਘੱਟ ਹੋਊਗਾ BOD ਲੈਵਲ, ਉਨਾ ਜ਼ਿਆਦਾ ਕੀ ਹੋਊਗਾ, ਉਹ ਫਿੱਟ ਹੋਊਗਾ। ਠੀਕ ਹੈ, ਸੋ BOD ਘੱਟ ਹੋ ਜਾਂਦੀ ਹੈ। BOD ਦੇ ਘੱਟ ਹੋਣ ਤੋਂ ਬਾਅਦ ਕੀ ਕੀਤਾ ਜਾਂਦਾ, ਉਹਨੂੰ ਸੈਟਲਿੰਗ ਟੈਂਕ 'ਚ ਭੇਜਿਆ ਜਾਂਦਾ ਤਾਂ ਕਿ ਜਿਹੜੇ ਫਲੌਕਸ ਨੇ ਉਹਨਾਂ ਨੂੰ ਆਪਾਂ ਸੈਟਲ ਕਰ ਸਕੀਏ। ਠੀਕ ਹੈ, ਉਹ ਤੋਂ ਸਲੱਜ ਬਣਾ ਸਕੀਏ। ਠੀਕ ਹੈ, ਸਲੱਜ ਹੈ ਜਿਹੜੀ ਉਹ ਕੀ ਕਰਦੀ ਹੈ, ਫਰਦਰ ਇਨੋਕੂਲਮ ਦੇ ਤੌਰ 'ਤੇ ਕੰਮ ਕਰਦੀ ਆ ਕੁਛ ਹਿੱਸਾ ਉਹਦਾ, ਅਤੇ ਬਾਕੀ ਜਿਹੜਾ ਹਿੱਸਾ ਹੁੰਦਾ ਉਹ ਬਾਇਓਗੈਸ ਬਣਾਉਣ 'ਚ ਹੈਲਪ ਕਰਦਾ ਇਨ ਐਨਾਰੋਬਿਕ ਸਲੱਜ ਡਿਜੈਸਟਰਸ, ਰਾਈਟ। ਅਤੇ ਜਿਹੜਾ ਪਾਣੀ ਉਸ ਤੋਂ ਬਚ ਜਾਂਦਾ ਉਹ ਪੂਰਾ ਫਿੱਟ ਹੁੰਦਾ, ਜਿਹਨੂੰ ਆਪਾਂ ਰਿਲੀਜ਼ ਕਰ ਦਿੰਦੇ ਹਾਂ ਨੈਚੁਰਲ ਵਾਟਰ ਬੋਡੀਜ਼ ਦੇ ਵਿੱਚ। ਕਲੀਅਰ ਸਟੂਡੈਂਟਸ? ਸੋ we have noticed that microbes play a major role in treating millions of gallons of wastewater every day across the globe, right? Till date, no man-made technology has been able to rival the microbial treatment of sewage. The Ministry of Environment and Forests has initiated Ganga Action Plan and Jamuna Action Plan to save these major rivers of our country from pollution. Under these plans, it is proposed to build a large number of sewage treatment plants so that only treated sewage may be discharged in the rivers. ठीक है, ਹੁਣ ਆਪਾਂ ਇਹ ਕਹਿੰਦੇ ਵੀ ਸੀਵੇਜ ਟਰੀਟਮੈਂਟ ਜਿਹੜੇ ਪਲਾਂਟਸ ਨੇ ਉਹ ਇੰਡੀਆ ਦੇ ਵਿੱਚ ਮੇਜਰਲੀ ਕਿਹਦੇ ਵਾਸਤੇ, ਗੰਗਾ ਨੂੰ ਅਤੇ ਯਮੁਨਾ, ਦੋ ਜਿਹੜੀਆਂ ਮੇਜਰ ਰਿਵਰਸ ਨੇ। ਗੰਗਾ ਐਕਸ਼ਨ ਪਲਾਨ, ਜਮੁਨਾ ਐਕਸ਼ਨ ਪਲਾਨ ਦੇ ਤਹਿਤ ਸੀਵੇਜ ਟਰੀਟਮੈਂਟ ਪਲਾਂਟਸ ਲਾਉਣੇ ਕੰਪਲਸਰੀ ਕਰ ਦਿੱਤੇ ਨੇ। ਜਿਹੜੀਆਂ ਇੰਡਸਟਰੀਜ਼ ਉਹਦੇ ਨੇੜੇ ਤੇੜੇ ਲੱਗੀਆਂ ਹੋਈਆਂ ਨੇ, ਜਿਨ੍ਹਾਂ ਦਾ ਗੰਦਾ ਪਾਣੀ ਡਾਇਰੈਕਟਲੀ ਇਹਨਾਂ ਰਿਵਰਸ ਦੇ ਵਿੱਚ ਜਾਂ ਇਨਡਾਇਰੈਕਟਲੀ ਇਹਨਾਂ ਰਿਵਰਸ ਦੇ ਵਿੱਚ ਪਹੁੰਚਦਾ। ਠੀਕ ਹੈ, ਨੈਕਸਟ ਹੈ ਮਾਈਕਰੋਬਸ ਇਨ ਪ੍ਰੋਡਕਸ਼ਨ ਆਫ ਬਾਇਓਗੈਸ। ਬਾਇਓਗੈਸ ਕੀ ਹੁੰਦੀ ਹੈ? ਬਾਇਓਗੈਸ ਇਜ਼ ਅ ਮਿਕਸਚਰ ਆਫ ਗੈਸਿਸ produced by microbial activity and which may be used as a fuel. ਹੁਣ ਆਪਾਂ ਪਿੱਛੇ ਪੜ੍ਹਿਆ ਸੀ ਬਾਇਓਗੈਸ ਬਣਦੀ ਹੈ ਕਿਹੜੀਆਂ ਗੈਸਿਸ ਹੁੰਦੀਆਂ ਉਹ 'ਚ, ਮਿਥੇਨ, ਹਾਈਡਰੋਜਨ ਸਲਫਾਈਡ ਐਂਡ ਕਾਰਬਨ ਡਾਈਆਕਸਾਈਡ। ਮਿਥੇਨ ਦਾ ਮੇਜਰ ਪੋਰਸ਼ਨ ਹੁੰਦਾ ਬਾਇਓਗੈਸ ਦੇ ਵਿੱਚ, ਅਤੇ ਬਣਦੀ ਕਿਵੇਂ ਆ, ਵਿਦ ਦੀ ਹੈਲਪ ਆਫ ਮਾਈਕਰੋਬਸ, ਠੀਕ ਹੈ, ਜਾਂ ਬੈਕਟੀਰੀਆਜ਼, ਕਲੀਅਰ, ਵਿਚ ਮੇ ਬੀ ਯੂਜ਼ਡ ਐਜ਼ ਅ ਫਿਊਲ, ਜਿਹਨੂੰ ਆਪਾਂ ਐਜ਼ ਅ ਫਿਊਲ ਯੂਜ਼ ਕਰਦੇ ਹਾਂ ਫॉर ਕੁਕਿੰਗ ਮੇਨਲੀ, ਰਾਈਟ। ਸਰਟਨ ਬੈਕਟੀਰੀਆ ਵਿਚ ਗਰੋ ਐਨਾਰੋਬਿਕਲੀ on cellulosic material produce large amount of methane along with carbon dioxide and H2। ਠੀਕ ਹੈ, ਅਤੇ ਜਿਹੜੇ ਬੈਕਟੀਰੀਆ ਹੈਲਪ ਕਰਦੇ ਨੇ ਇਸ ਦੀ ਪ੍ਰੋਡਕਸ਼ਨ ਦੇ ਵਿੱਚ ਉਹ ਕਿਹੜੇ ਨੇ, ਐਨਾਰੋਬਿਕ ਬੈਕਟੀਰੀਆ ਨੇ। ਠੀਕ ਹੈ, ਜਿਹੜੇ ਮਿਥੇਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਅਤੇ ਹਾਈਡਰੋਜਨ ਸਲਫਾਈਡ ਬਣਾਉਂਦੇ ਨੇ। ਥੀਸ ਬੈਕਟੀਰੀਆਜ਼ ਆਰ ਕਲੈਕਟਿਵਲੀ ਕਾਲਡ ਮਿਥੈਨੋਜਨਸ। ਇਹਨਾਂ ਬੈਕਟੀਰੀਆਜ਼ ਨੂੰ ਆਪਾਂ ਕਲੈਕਟਿਵਲੀ ਕੀ ਕਹਿੰਦੇ ਆ, ਮਿਥੈਨੋਜਨਸ। ਅਤੇ ਇਹਦੀ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਮਿਥੈਨੋ ਬੈਕਟੀਰੀਅਮ। ਠੀਕ ਹੈ, ਮਿਥੈਨੋਜਨਸ ਦੀ ਇਹ ਤੁਸੀਂ ਨੋਟ ਕਰ ਲੈਣੀ ਹੈ, ਇੰਪੋਰਟੈਂਟ ਹੈ। ਠੀਕ ਹੈ, ਕਈ ਵਾਰ ਪੁੱਛ ਲੈਂਦੇ ਨੇ ਕਿ ਕੰਪੋਜੀਸ਼ਨ ਦੱਸੋ ਬਾਇਓਗੈਸ ਦੀ ਕੀ ਹੁੰਦੀ ਹੈ। ਠੀਕ ਹੈ, ਅਤੇ ਕਿਹੜੇ ਬੈਕਟੀਰੀਆਜ਼ ਨੇ ਜਿਹੜੇ ਹੈਲਪ ਕਰਦੇ ਨੇ, ਉਹ ਕਿਹੜੇ ਨੇ, ਮਿਥੈਨੋਜਨਸ, ਅਤੇ ਉਹਦੀ ਇੱਕ ਐਗਜ਼ਾਮਪਲ ਆ ਮਿਥੈਨੋ ਬੈਕਟੀਰੀਅਮ। ਠੀਕ ਹੈ, ਸੈਕਿੰਡ ਐਗਜ਼ਾਮਪਲ ਆ ਜਿਹੜੀ ਉਹ ਨੋਟ ਕਰ ਲਓ, ਮਿਥੈਨੋਕੋਕਸ। ਠੀਕ ਹੈ, these bacterias are also present in rumen of cattle। ਜਿਹੜਾ ਕੈਟਲ ਹੁੰਦੀ ਆ ਆਪਣੇ ਕਾਊਜ਼, ਬਫਲੋਜ਼, ਠੀਕ ਹੈ, ਇਹਨਾਂ ਦੇ ਜਿਹੜਾ ਰਿਊਮਨ ਹੈ, ਠੀਕ ਹੈ, ਡਾਈਜੈਸਟਿਵ ਸਿਸਟਮ ਦਾ ਪਾਰਟ ਹੈ, ਰਾਈਟ, ਉਸ ਦੇ ਵਿੱਚ ਰਾਜੇ ਪ੍ਰੈਜੈਂਟ ਹੁੰਦੇ ਨੇ ਇਹ ਬੈਕਟੀਰੀਆਜ਼। A lot of cellulosic material present in the food of cattle is also present in the rumen। ਜਿਹੜਾ ਰਿਊਮਨ ਹੈ ਉਹਦੇ ਵਿੱਚ ਜਿਹੜਾ ਭੋਜਨ ਆ ਉਹਨੂੰ ਸਟੋਰ ਕਰਕੇ ਰੱਖਦੀਆਂ ਨੇ ਮੱਝਾਂ ਗਾਵਾਂ। ਠੀਕ ਹੈ, ਬਾਅਦ 'ਚ ਕਰਦੀਆਂ ਨੇ ਨਾ ਚੂਇੰਗ, ਪਹਿਲਾਂ ਸਵੈਲੋ ਕਰ ਲੈਂਦੀਆਂ ਨੇ ਫਿਰ ਚੂਇੰਗ ਕਰਦੀਆਂ ਨੇ, ਤਾਂ ਉੱਥੇ ਰਿਊਮਨ ਦੇ ਵਿੱਚ ਕੀ ਹੁੰਦਾ, ਬੈਕਟੀਰੀਆਜ਼ ਪ੍ਰੈਜੈਂਟ ਹੁੰਦੇ ਨੇ ਜਿਹੜੇ ਸੈਲੂਲੋਜ਼ਿਕ ਮਟੀਰੀਅਲ 'ਤੇ ਗਰੋ ਕਰਦੇ ਨੇ। ਠੀਕ ਹੈ, ਅਤੇ ਉਹਦੀ ਡਾਈਜੈਸ਼ਨ ਦੇ ਵਿੱਚ ਹੈਲਪ ਕਰਦੇ ਨੇ। ਠੀਕ ਹੈ, ਸੈਲੂਲੋਜ਼ ਦੇ ਬ੍ਰੇਕਡਾਊਨ ਦੇ ਵਿੱਚ ਹੈਲਪ ਕਰਦੇ ਨੇ। ਦਸ ਐਕਸਕ੍ਰੀਟਾ ਆਫ ਕੈਟਲ commonly called ਗੋਬਰ is rich in these bacteria। ਸੋ ਜਿਹੜਾ ਉਹਨਾਂ ਦਾ ਐਕਸਕ੍ਰੀਟਾ ਹੈ ਜਾਂ ਡੰਗ ਹੈ, ਕਾਊ ਡੰਗ ਹੈ, ਉਹਦੇ ਵਿੱਚ ਕੀ ਹੁੰਦੇ ਨੇ, ਇਹ ਨੈਚੁਰਲੀ ਪ੍ਰੈਜੈਂਟ ਹੁੰਦੇ ਨੇ ਬੈਕਟੀਰੀਆਜ਼। ਡੰਗ ਕੈਨ ਬੀ ਯੂਜ਼ਡ ਫॉर ਜਨਰੇਸ਼ਨ ਆਫ ਬਾਇਓਗੈਸ commonly called ਗੋਬਰ ਗੈਸ। ਜਿਹੜਾ ਡੰਗ ਹੈ, ਠੀਕ ਹੈ, ਗੋਬਰ ਆ, ਉਹਨੂੰ ਯੂਜ਼ ਕਰਦੇ ਨੇ ਬਾਇਓਗੈਸ ਦੀ ਪ੍ਰੋਡਕਸ਼ਨ ਵਾਸਤੇ, ਜਿਹਨੂੰ ਆਪਾਂ
गोबर गैस भी कहने हैं, राइट। सो हेयर इज़ दी बायोगैस प्लांट ਜਿਹੜਾ ਆਪਾਂ ਬਾਇਓਗੈਸ ਦੀ ਪ੍ਰੋਡਕਸ਼ਨ ਦੇ ਵਾਸਤੇ ਜ਼ਰੂਰੀ ਹੈ ਲਾਉਣਾ, ਠੀਕ ਹੈ। ਇਹ ਕੀ ਹੁੰਦਾ ਇਹਦੇ ਵਿੱਚ ਉਹ ਦੇਖਦੇ ਹਾਂ ਹੁਣ ਆਪਾਂ। ਦ ਟੈਕਨੋਲੋਜੀ ਆਫ ਬਾਇਓਗੈਸ ਪ੍ਰੋਡਕਸ਼ਨ ਵਾਜ਼ ਡਿਵੈਲਪਡ ਇਨ ਇੰਡੀਆ mainly due to the efforts of Indian Agricultural Research Institute and Khadi and Village Industries Commission. The biogas plant consists of a concrete tank in which bio waste are collected and slurry of dung is fed, ठीक है। कंक्रीट, ठीक है, ਇੱਟਾਂ ਦਾ ਤੇ ਬਾਕੀ ਚੀਜ਼ਾਂ ਦਾ ਮਿਲ ਕੇ, ਇੱਟਾਂ ਪੱਥਰਾਂ ਦਾ ਮਿਲ ਕੇ ਜਿਹੜਾ ਇੱਕ ਟੈਂਕ ਬਣਾਇਆ ਜਾਂਦਾ ਜਿਹਦੇ ਵਿੱਚ ਆਪਾਂ ਜਿਹੜਾ ਕਾਓ ਡੰਗ ਹੈ, ਠੀਕ ਹੈ, ਉਹਦੀ ਸਲਰੀ, ਠੀਕ ਹੈ, ਪਾਣੀ ਨਾਲ ਜਦੋਂ ਉਹਨੂੰ ਘੋਲਦੇ ਹਾਂ ਉਹਨੂੰ ਕੀ ਕਹਿੰਦੇ ਨੇ, ਸਲਰੀ ਆਪਾਂ ਭੇਜਦੇ ਹਾਂ, ਠੀਕ ਹੈ। ਅੱਗੇ ਆਪਾਂ ਨੈਕਸਟ ਸਲਾਈਡ 'ਚ ਦੇਖਦੇ ਹਾਂ ਵੀ ਉਹਦੇ ਕਿਹੜੇ ਕਿਹੜੇ ਪਾਰਟ ਹੁੰਦੇ ਨੇ ਤੇ ਕਿੱਥੋਂ ਕਿਵੇਂ ਜਾਂਦੀ ਹੈ, ਠੀਕ ਹੈ, ਕਿਵੇਂ ਬਣਦੀ ਹੈ, ਕਿੱਥੇ ਕਲੈਕਟ ਹੁੰਦੀ ਹੈ ਬਾਇਓਗੈਸ। ਸੋ ਇੱਥੇ ਇਸ ਸਲਾਈਡ ਦੇ ਵਿੱਚ ਕੀ ਦਿਖਾਇਆ ਗਿਆ, ਬਾਇਓਗੈਸ ਪਲਾਂਟ ਕਿਹੜੇ ਪਾਰਟ ਨੇ ਉਹਦੇ, ਕਿੱਦਾਂ ਕਿਹੜੀ ਚੀਜ਼ ਕਿੱਥੋਂ ਕਿਵੇਂ ਸ਼ੁਰੂ ਹੁੰਦੀ ਹੈ, ਠੀਕ ਹੈ। ਤੁਸੀਂ ਰਾਈਟ ਹੈਂਡ ਸਾਈਡ 'ਤੇ ਦੇਖੋ ਫਿਗਰ ਦੇ ਵਿੱਚ 2 ਟੈਂਕ ਦਿਖਾਏ ਹੋਏ ਨੇ, 3 ਟੈਂਕ ਦਿਖਾਏ ਹੋਏ ਨੇ। ਇੱਕ ਮਿਕਸਿੰਗ ਟੈਂਕ ਹੈ, ਠੀਕ ਹੈ, ਇੱਕ ਡਿਜੈਸਟਰ ਟੈਂਕ ਹੈ ਜਿਹੜਾ ਨੀਚੇ ਧਰਤੀ ਦੇ ਵਿੱਚ ਜਾਂਦਾ, ਤੇ ਇੱਕ ਓਵਰਫਲੋ ਟੈਂਕ ਹੈ, ਠੀਕ ਹੈ। ਤੇ ਜਿਹੜਾ ਮਿਕਸਿੰਗ ਟੈਂਕ ਆ ਉਹ 'ਚ ਕੀ ਕੀਤਾ ਜਾਂਦਾ, ਕਾਊ ਡੰਗ ਪਾਇਆ ਜਾਂਦਾ, ਉਹ 'ਚ ਪਾਣੀ ਨਾਲ ਮਿਕਸ ਕਰਕੇ ਉਹਨੂੰ ਸਲਰੀ ਬਣਾਈ ਜਾਂਦੀ ਹੈ, ਤੇ ਇਨਲੈਟ ਪਾਈਪ ਦੇ ਥਰੂ ਉਹ ਕਿੱਥੇ ਚਲਾ ਜਾਂਦਾ, ਡਿਜੈਸਟਰ ਟੈਂਕ ਦੇ ਵਿੱਚ ਸਲਰੀ, ਠੀਕ ਹੈ। ਉੱਥੇ ਕੀ ਹੁੰਦੀਆਂ ਨੇ, ਐਨਐਰੋਬਿਕ ਕੰਡੀਸ਼ਨਸ, ਜਿੱਥੇ ਜਿਹੜੇ ਆਲਰੇਡੀ ਪ੍ਰੈਜ਼ੈਂਟ ਐਨਐਰੋਬਿਕ ਬੈਕਟੀਰੀਆਜ਼ ਹੁੰਦੇ ਨੇ ਕਾਊ ਡੰਗ ਦੇ ਵਿੱਚ, ਉਹ ਗਰੋ ਕਰਦੇ ਨੇ, ਫਲਰਿਸ਼ ਕਰਦੇ ਨੇ, ਤੇ ਜਿਹੜਾ ਬਾਇਓਗੈਸ ਆ ਉਹਦੀ ਪ੍ਰੋਡਕਸ਼ਨ ਕਰਦੇ ਨੇ, ਠੀਕ ਹੈ। ਬਾਇਓਗੈਸ ਜਿਹੜੀ ਬਣਦੀ ਆ ਉਹ ਉੱਪਰ ਗੈਸ ਹੋਲਡਰ ਜਿਹੜਾ ਡਿਜੈਸਟਰ ਟੈਂਕ ਦੇ ਉੱਪਰ ਦਿਖਾਇਆ ਗਿਆ ਉਹਦੇ ਵਿੱਚ ਕਲੈਕਟ ਕਰਦੇ ਹਾਂ ਆਪਾਂ, ਠੀਕ ਹੈ, ਤੇ ਉਹਦੇ ਵਿੱਚੋਂ ਆਪਾਂ ਬਾਹਰ ਸਪਲਾਈ ਕਰ ਦਿੰਦੇ ਹਾਂ ਗੈਸ ਹੋਲਡਰ ਦੇ ਤੋਂ ਅੱਗੇ ਘਰ ਨੂੰ, ਠੀਕ ਹੈ, ਤਾਂ ਕਿ ਉੱਥੇ ਆਪਾਂ ਫੋਰ ਕੁਕਿੰਗ ਯੂਜ਼ ਕਰ ਸਕੀਏ ਬਾਇਓਗੈਸ ਨੂੰ, ਰਾਈਟ। ਤੇ ਜਿਹੜਾ ਬਾਕੀ ਪੋਰਸ਼ਨ ਬਚ ਜਾਂਦਾ ਬਾਇਓਗੈਸ ਤੋਂ ਬਾਅਦ ਸਲਰੀ ਦਾ, ਉਹ ਕੀ ਕੀਤਾ ਜਾਂਦਾ, ਆਊਟਲੈਟ ਪਾਈਪ ਦੇ ਥਰੂ ਓਵਰਫਲੋ ਟੈਂਕ ਦੇ ਵਿੱਚ ਜਾਂਦਾ। ਉਹ ਓਵਰਫਲੋ ਟੈਂਕ ਦੇ ਵਿੱਚੋਂ ਕਿੱਥੇ ਚਲਾ ਜਾਂਦਾ, ਉਹ ਖੇਤਾਂ ਦੇ ਵਿੱਚ, ਤਾਂ ਕਿ ਉਹ ਐਜ਼ ਆ ਮੈਨਿਓਰ ਯੂਜ਼ ਹੋ ਸਕੇ, ਠੀਕ ਹੈ। ਸੋ ਜਿਹੜੀ ਬਾਇਓਗੈਸ ਆ ਉਹ ਜਿਹੜੀ ਪ੍ਰੋਡਿਊਸ ਹੁੰਦੀ ਹੈ ਉਹ 2 ਚੀਜ਼ਾਂ ਹੈਲਪ ਕਰਦੀ ਹੈ, ਇੱਕ ਤਾਂ ਲਾਈਟਨਿੰਗ ਤੇ ਕੁਕਿੰਗ ਦੇ ਵਿੱਚ ਐਟ ਹੋਮਸ, ਪਲੱਸ ਕੀ ਕਰਦੀ ਹੈ, ਖੇਤਾਂ ਦੇ ਵਿੱਚ ਵੀ ਐਜ਼ ਆ ਫਰਟੀਲਾਈਜ਼ਰ ਯੂਜ਼ ਹੁੰਦਾ ਜਿਹੜਾ ਵੇਸਟ ਬਚ ਜਾਂਦਾ ਆਫਟਰ ਦੀ ਪ੍ਰੋਡਕਸ਼ਨ ਆਫ ਬਾਇਓਗੈਸ, ਕਲੀਅਰ। ਨੈਕਸਟ ਇਜ਼ ਦੀ ਰੋਲ ਆਫ ਮਾਈਕਰੋਬਸ ਐਜ਼ ਬਾਇਓ ਕੰਟਰੋਲ ਏਜੰਟਸ। ਬਾਇਓ ਕੰਟਰੋਲ ਏਜੰਟਸ ਦਾ ਕੀ ਮਤਲਬ ਹੈ ਰਾਜੇ, ਵੀ ਆਪਾਂ ਜਿਹੜੇ ਪੈਸਟ ਨੇ, ਠੀਕ ਹੈ, ਪੈਸਟ ਕੀ ਹੁੰਦੇ ਨੇ, ਜਿਹੜੇ ਆਪਣੀ ਫਸਲ ਨੂੰ ਖਰਾਬ ਕਰਨ ਵਾਲੇ ਕੀੜੇ ਮਕੌੜੇ ਹੁੰਦੇ ਨੇ, ਜਾਂ ਡਿਜ਼ੀਜ਼ ਕਾਜ਼ ਕਰਨ ਵਾਲੇ ਕੀੜੇ ਮਕੌੜੇ ਹੁੰਦੇ ਨੇ, ਠੀਕ ਹੈ, ਉਹ ਕੀਤੇ ਜਾਣ, ਬਾਇਓਲੋਜੀਕਲੀ ਕੰਟਰੋਲ ਕੀਤੇ ਜਾਣ, ਆਪਾਂ ਨੂੰ ਸਪਰੇਅ ਨਾ ਕਰਨੀ ਪਵੇ, ਕਿਉਂਕਿ ਸਪਰੇਹਾਂ ਨਾਲ ਤੁਹਾਨੂੰ ਪਤਾ ਹੈ ਕਿੰਨੀ ਜ਼ਿਆਦਾ ਬਿਮਾਰੀਆਂ ਫੈਲ ਰਹੀਆਂ ਨੇ, ਪੋਲਿਊਸ਼ਨ ਹੋ ਰਿਹਾ, ਰਾਈਟ। ਸੋ ਜਿਹੜੇ ਮਾਈਕਰੋਬਸ ਨੇ ਉਹ ਬਾਇਓ ਕੰਟਰੋਲ ਏਜੰਟ ਕੀ ਹੁੰਦਾ, ਵੀ ਇੱਕ ਜਿਹੜਾ ਨੈਚੁਰਲ ਐਨੀਮੀ ਆ ਉਹਨੂੰ ਉਸ ਚੀਜ਼ 'ਤੇ ਫੀਡ ਕਰਨ ਵਾਸਤੇ ਛੱਡ ਦਿਓ, ਠੀਕ ਹੈ। ਜਿਵੇਂ ਲੇਡੀ ਬਰਡ ਹੈ, ਠੀਕ ਹੈ, ਜਿਵੇਂ ਫਿਗਰ 'ਚ ਦਿਖਾਈ ਹੈ ਲੇਡੀ ਬਰਡ ਕਹਿੰਦੇ ਨੇ ਇਹਨੂੰ, ਤੁਸੀਂ ਦੇਖੀ ਹੋਣੀ ਸਾਰਿਆਂ ਨੇ। ਲੇਡੀ ਬਰਡ ਆ ਉਹ ਐਫਿਡਸ ਨੂੰ ਖਾ ਲੈਂਦੀ ਹੈ, ਖਾ ਵੀ ਰਹੀ ਹੈ, ਠੀਕ ਹੈ। ਤਾਂ ਐਫਿਡਸ ਜਿਹੜੇ ਫਸਲਾਂ ਨੂੰ ਖਰਾਬ ਕਰਦੇ ਨੇ, ਠੀਕ ਹੈ, ਪੱਤੇ ਵਗੈਰਾ ਖਾ ਲੈਂਦੇ ਨੇ, ਐਫਿਡਸ ਨੂੰ ਲੇਡੀ ਬਰਡ ਨੂੰ ਭੋਜਨ ਮਿਲ ਗਿਆ, ਅਤੇ ਜਿਹੜਾ ਫਾਰਮਰ ਆ ਉਹਦੀ ਹੈਲਪ ਹੋ ਗਈ, ਅਤੇ ਲੇਡੀ ਬਰਡ ਕੁਛ ਵੀ ਨਹੀਂ ਕਰੂਗੀ ਫਸਲ ਨੂੰ, ਠੀਕ ਹੈ। ਜਿਵੇਂ ਡਰੈਗਨ ਫਲਾਈ ਹੈ, ਉਹ ਕਿਹਦੇ ਵਾਸਤੇ ਹੈਲਪ ਕਰਦੀ ਹੈ, ਮਸਕੀਟੋਜ਼ ਨੂੰ ਕੰਟਰੋਲ ਕਰਦੀ ਹੈ, ਜੇ ਮਸਕੀਟੋਜ਼ ਜ਼ਿਆਦਾ ਹੋਣਗੇ ਉਹ ਵੀ ਫਸਲਾਂ ਲਈ ਨੁਕਸਾਨਦੇਹ ਨੇ, ਠੀਕ ਹੈ। ਉਸੇ ਤਰ੍ਹਾਂ ਹੀ ਟ੍ਰਾਈਕੋਡਰਮਾ ਇੱਕ ਫੰਗਸ ਹੈ ਜਿਹੜੀ ਪ੍ਰੋਟੈਕਟ ਕਰਦੀ ਹੈ ਪਲਾਂਟਸ ਦੇ ਰੂਟ ਸਿਸਟਮ ਤੇ ਅਦਰ ਪਲਾਂਟ ਪੈਥੋਜਨਸ ਨੂੰ ਗਰੋ ਕਰਨ ਤੋਂ ਕੰਟਰੋਲ ਕਰਦੀ ਹੈ, ਠੀਕ ਹੈ। ਨੈਕਸਟ ਹੈ ਬਕਲੋਵਾਇਰਸ, ਇਹ ਵੀ ਇਨਸੈਕਟਸ ਤੇ ਅਦਰ ਆਰਥਰੋਪੋਡ ਦੀ ਗਰੋਥ ਨੂੰ ਰੋਕਦਾ, ਠੀਕ ਹੈ। ਬੈਸੀਲਸ ਥੁਰੈਂਜੈਨਿਸਿਸ ਹੈ ਬੈਕਟੀਰੀਆ, ਇਹਦੇ 'ਚੋਂ ਜੀਨ ਲਿਆ ਗਿਆ ਜਿਹੜਾ ਪਲਾਂਟਸ ਦੇ ਵਿੱਚ ਇੰਟਰੋਡਿਊਸ ਕਰਕੇ ਹੈਲਪਫੁਲ ਹੈ ਕੰਟਰੋਲ ਕਰਨ ਵਾਸਤੇ ਵਾਈਡ ਰੇਂਜ ਆਫ ਇਨਸੈਕਟਸ, ਰਾਈਟ। Next is role of microbes as biofertilizers. What are biofertilizers? These are the microbes that enrich the nutrient quality of the soil, right. The main sources of biofertilizers are bacteria, fungi and cyanobacteria. So ਜਿਹੜੇ ਬੈਕਟੀਰੀਆ ਜਿਹੜੇ ਹੈਲਪ ਕਰਦੇ ਨੇ, ਜਾਂ ਫੰਜਾਈ ਜਾਂ ਸਾਈਨੋਬੈਕਟੀਰੀਆ ਜਿਹੜੇ ਹੈਲਪ ਕਰਦੇ ਨੇ ਟੂ ਇੰਪਰੂਵ ਦੀ ਕੁਆਲਿਟੀ ਆਫ ਸੋਇਲ, ਉਹਨਾਂ ਨੂੰ ਕੀ ਕਹਿੰਦੇ ਆਪਾਂ, ਬਾਇਓ ਫਰਟੀਲਾਈਜ਼ਰਸ। ਸੋ ਬੈਕਟੀਰੀਆਜ਼ ਦੇ ਵਿੱਚੋਂ ਐਗਜ਼ਾਮਪਲ ਹੈ ਜਿਵੇਂ ਰਾਈਜ਼ੋਬੀਅਮ ਜਿਹੜੀ ਰੂਟ ਨੋਡਿਊਲਸ ਦੇ ਵਿੱਚ
ਰਹਿੰਦੇ ਨੇ, ਠੀਕ ਹੈ, ਉਹ ਵੀ ਨਾਈਟ੍ਰੋਜਨ ਫਿਕਸੇਸ਼ਨ 'ਚ ਹੈਲਪ ਕਰਦੇ ਨੇ। ਅਤੇ ਫ੍ਰੀ ਲਿਵਿੰਗ ਬੈਕਟੀਰੀਆ ਜਿਵੇਂ ਐਜ਼ੋਟੋਬੈਕਟਰ ਅਤੇ ਐਜ਼ੋਸਪੈਰਲਮ ਦੀ ਐਗਜ਼ਾਮਪਲ ਦਿੱਤੀ ਹੋਈ ਹੈ, ਇਹ ਵੀ ਸੋਇਲ ਨੂੰ ਐਨਰਿਚ ਕਰਦੇ ਨੇ ਵਿਦ ਸਪੈਸ਼ਲੀ ਵਿਦ ਦੀ ਨਾਈਟ੍ਰੋਜਨ, ਰਾਈਟ। ਨਾਈਟ੍ਰੋਜਨ ਇਜ਼ ਦੀ ਮੇਨ nutrient that is required for the growth of plants. Next is fungi. ਫੰਜਾਈ ਕਿੱਦਾਂ ਬਾਇਓ ਫਰਟੀਲਾਈਜ਼ਰ ਦੇ ਤੌਰ 'ਤੇ ਕੰਮ ਕਰਦੇ, ਸਿੰਬਾਇਓਟਿਕ ਐਸੋਸੀਏਸ਼ਨ ਦੇ ਵਿੱਚ, ਠੀਕ ਹੈ, ਪੌਦੇ ਦੇ ਨਾਲ ਜੁੜ ਕੇ, ਠੀਕ ਹੈ, ਫ੍ਰੀ ਲਿਵਿੰਗ ਨਹੀਂ, ਪੌਦੇ ਦੇ ਨਾਲ ਜੁੜ ਕੇ, ਜਿਵੇਂ ਆਪਾਂ ਪਹਿਲਾਂ ਪੜ੍ਹ ਕੇ ਹਟੇ ਬੈਕਟੀਰੀਆ ਜਿਹੜਾ ਰਾਈਜ਼ੋਬੀਅਮ ਉਹ ਵੀ ਸਿੰਬਾਇਓਟਿਕ ਐਸੋਸੀਏਸ਼ਨ ਕਰਦਾ, ਉਹਦੇ ਰੂਟ ਨਡਿਊਲਸ ਦੇ ਅੰਦਰ ਚਲਾ ਜਾਂਦਾ, ਠੀਕ ਹੈ। ਉਵੇਂ ਜਿਹੜੀ ਫੰਗਸ ਆ ਉਹ ਵੀ ਕੀ ਬਣਾ ਲੈਂਦੀ ਹੈ, ਮਾਈਕੋਰਾਈਜ਼ਾ ਬਣਾ ਲੈਂਦੀ ਹੈ ਵਿਦ ਰੂਟ ਸਿਸਟਮ, ਠੀਕ ਹੈ। ਸਪੈਸ਼ਲੀ ਜਿਹੜੀ ਗਲੋਮਸ ਟਾਈਪ ਦੀ ਫੰਗਸ ਹੈ ਉਹ ਹੈਲਪ ਕਰਦੀ ਹੈ, ਠੀਕ ਹੈ, ਅਤੇ ਅਬਜ਼ੋਰਬ ਕਰਦੀ ਹੈ ਫੋਸਫੋਰਸ ਐਂਡ ਵਾਟਰ ਫਰੋਮ ਦੀ ਸੋਇਲ ਫॉर ਦੀ ਪਲਾਂਟ ਗਰੋਥ, ਕਲੀਅਰ। ਨੈਕਸਟ ਇਜ਼ ਸਾਈਨੋਬੈਕਟੀਰੀਆ। ਇਹ ਕਿੱਦਾਂ ਐਜ਼ ਆ ਬਾਇਓ ਫਰਟੀਲਾਈਜ਼ਰ ਯੂਜ਼ ਹੁੰਦੇ ਨੇ, ਸਿੰਬਾਇਓਟਿਕ ਐਸੋਸੀਏਸ਼ਨ ਵੀ ਹੈ ਇਹਨਾਂ ਦੀ, ਫ੍ਰੀ ਲਿਵਿੰਗ ਵੀ ਹੈ। ਸਿੰਬਾਇਓਟਿਕ ਐਸੋਸੀਏਸ਼ਨ ਕਿਹਦੀ ਹੈ, ਐਨਾਬਿਨਾ ਐਨ ਐਜ਼ੋਲੀ, ਰਾਈਟ, ਐਂਡ ਫ੍ਰੀ ਲਿਵਿੰਗ ਕਿਹੜੇ ਨੇ, ਨੋਸਟੋਕ, ਓਸੀਲੇਟੋਰੀਆ ਐਂਡ ਬਲੂ ਗ੍ਰੀਨ ਐਲਗੀ। That is all about your chapter number 10, right? Hope you have learnt a lot. Thank you so much.